ਸਤਿ ਸ੍ਰੀ ਅਕਾਲ ਸਰ ਵਿਦਿਆਰਥੀਓ, ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਵਰਿੰਦਰ ਐਜੂਕੇਸ਼ਨ ਵਿੱਚ। ਅੱਜ ਅਸੀਂ ਭਾਰਤੀ ਸੰਵਿਧਾਨ ਦੇ ਮਹੱਤਵਪੂਰਨ ਆਰਟੀਕਲਾਂ ਦੇ ਬਾਰੇ ਪੜ੍ਹਾਂਗੇ, ਤਾਂ ਵੀਡੀਓ ਸ਼ੁਰੂ ਕਰਦੇ ਹਾਂ। ਪਹਿਲਾ ਹੈਗਾ ਸੰਵਿਧਾਨ ਦਾ ਪਹਿਲਾ ਭਾਗ। ਇਸ ਦੇ ਵਿੱਚੋਂ ਆਪਾਂ 3 ਆਰਟੀਕਲਾਂ ਦੇ ਬਾਰੇ ਪੜ੍ਹਾਂਗੇ। ਪਹਿਲਾ ਆਰਟੀਕਲ ਹੈਗਾ ਭਾਰਤ ਨੂੰ, ਜਿਹਦੇ ਵਿੱਚ ਰਾਜਾਂ ਦਾ ਸੰਘ ਕਿਹਾ ਗਿਆ। ਇਹ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਕਿ ਕਿਸ ਆਰਟੀਕਲ ਦੇ ਵਿੱਚ ਭਾਰਤ ਨੂੰ ਰਾਜਾਂ ਦਾ ਸੰਘ ਕਿਹਾ ਗਿਆ, ਤਾਂ ਉਹ ਕਿਹਾ ਗਿਆ ਪਹਿਲੇ ਆਰਟੀਕਲ ਦੇ ਵਿੱਚ। ਦੂਜੇ ਆਰਟੀਕਲ ਦੇ ਵਿੱਚ ਰਾਜਾਂ ਦੇ ਨਿਰਮਾਣ ਜਾਂ ਸਥਾਪਨਾ ਨਾਲ ਸੰਬੰਧਿਤ ਹੈਗਾ। ਤੀਸਰਾ ਆਰਟੀਕਲ ਹੈਗਾ ਕਿਸੇ ਰਾਜ ਦੀ ਸਥਾਪਨਾ, ਰਾਜਾਂ ਦੀ ਸੀਮਾ ਦੇ ਵਿੱਚ ਪਰਿਵਰਤਨ ਅਤੇ ਪੁਨਰਗਠਨ ਨਾਲ ਸੰਬੰਧਿਤ ਆ। ਇਹ ਜਿਹੜੀ ਸੀਮਾ ਪਰਿਵਰਤਨ ਅਤੇ ਪੁਨਰਗਠਨ ਦੀ ਸ਼ਕਤੀ ਹੈਗੀ, ਇਹ ਸੰਸਦ ਕੋਲ ਆ। ਸੰਸਦ ਜਿਹੜੀ ਵਰਤਮਾਨ ਸਮੇਂ ਵਿੱਚ ਰਾਜ ਨੇ ਉਹਨਾਂ ਦੀ ਸੀਮਾ ਨੂੰ ਵਧਾ ਅਤੇ ਘਟਾ ਸਕਦੀ ਆ। ਇਸ ਦੇ ਵਿੱਚੋਂ ਤੁਸੀਂ 3 ਆਰਟੀਕਲ ਨੇ ਜਿਹੜੇ ਉਹ ਯਾਦ ਰੱਖਣੇ ਨੇ ਭਾਗ ਪਹਿਲੇ ਦੇ ਵਿੱਚੋਂ। ਅੱਗੇ ਗੱਲ ਕਰਦੇ ਹਾਂ ਆਪਾਂ ਭਾਗ ਦੂਜੇ ਦੀ। ਇਸ ਦੇ ਵਿੱਚ ਆਰਟੀਕਲ 5 ਤੋਂ ਲੈ ਕੇ 11 ਜਿਹੜੇ ਨਾਗਰਿਕਤਾ ਨਾਲ ਸੰਬੰਧਿਤ ਆਰਟੀਕਲ ਨੇਗੇ। ਇਹਦੇ ਵਿੱਚੋਂ ਜਿਹੜਾ 11 ਆਰਟੀਕਲ ਆ ਉਹਦੇ ਵਿੱਚ ਜਿਹੜੀ ਨਾਗਰਿਕਤਾ ਦੇ ਵਿੱਚ ਸੋਧ ਕਰਨ ਦੀ ਸ਼ਕਤੀ ਆ ਉਹ ਸੰਸਦ ਨੂੰ ਦਿੱਤੀ ਗਈ ਆ। ਅੱਗੇ ਆ ਭਾਗ ਤੀਜਾ। ਇਹਦੇ ਵਿੱਚ ਆਰਟੀਕਲ 12 ਤੋਂ 35 ਤੱਕ ਜਿਹੜੇ ਮੌਲਿਕ ਅਧਿਕਾਰਾਂ ਦੇ ਨਾਲ ਸੰਬੰਧਿਤ ਨੇ। ਜੇਕਰ ਤੁਸੀਂ ਦੋਨੇ ਭਾਗਾਂ ਦੇ ਆਰਟੀਕਲਾਂ ਨੂੰ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ ਨਾਗਰਿਕਤਾ ਅਤੇ ਮੌਲਿਕ ਅਧਿਕਾਰਾਂ ਦੀ ਵੀਡੀਓ ਸਾਡੇ ਚੈਨਲ 'ਤੇ ਪਹਿਲਾਂ ਹੀ ਅਪਲੋਡ ਆ, ਉਹ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋਗੇ। ਅੱਗੇ ਆ ਭਾਗ ਚੌਥਾ, ਜਿਹਦੇ ਵਿੱਚ ਆਰਟੀਕਲ 37 ਤੋਂ 51 ਜਿਹੜੇ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕਰਦੇ ਨੇਗੇ। ਇਹਦੇ ਵਿੱਚੋਂ ਤੁਸੀਂ ਜਿਹੜੇ ਆਰਟੀਕਲ ਯਾਦ ਰੱਖਣੇ ਨੇ ਉਹ ਹੈਗਾ ਆਰਟੀਕਲ 40, ਜਿਹੜਾ ਗ੍ਰਾਮ ਪੰਚਾਇਤ ਦੇ ਗਠਨ ਦੀ ਗੱਲ ਕਹੀ ਗਈ ਆ। ਅਗਲਾ ਮਹੱਤਵਪੂਰਨ ਆਰਟੀਕਲ ਹੈਗਾ ਆਰਟੀਕਲ 45, ਜਿਹਦੇ ਵਿੱਚ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ। ਆਰਟੀਕਲ 45 ਦਾ ਮਤਲਬ ਜਿਹੜੀ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਜਿਹੜਾ ਪ੍ਰਬੰਧ ਆ ਉਹ ਰਾਜ ਕਰੂਗਾ। ਅੱਗੇ ਆਰਟੀਕਲ 51, ਇਸ ਦੇ ਵਿੱਚ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਸੰਬੰਧੀ ਜਿਹੜੇ ਸਿਧਾਂਤ ਨੇ ਉਹਨਾਂ ਦਾ ਵਰਣਨ ਕੀਤਾ ਗਿਆ। ਅੱਗੇ ਆ ਭਾਗ 4A। ਇਹਦੇ ਵਿੱਚ ਆਰਟੀਕਲ 51A ਆ ਜਿਹੜੇ ਮੌਲਿਕ ਕਰਤੱਵਾਂ ਨਾਲ ਸੰਬੰਧਿਤ ਨੇ। ਇਹ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ, ਇਹਨੂੰ ਧਿਆਨ ਦੇ ਵਿੱਚ ਰੱਖਣਾ ਤੁਸੀਂ। ਜਿਹੜੇ ਮੌਲਿਕ ਕਰਤੱਵ ਸੀ ਮੂਲ ਸੰਵਿਧਾਨ ਦਾ ਹਿੱਸਾ ਨਹੀਂ ਸੀਗੇ, ਇਹਨਾਂ ਨੂੰ 42ਵੀਂ ਸੰਵਿਧਾਨਕ ਸੋਧ 1976 ਦੁਆਰਾ ਜੋੜਿਆ ਗਿਆ ਸੀ ਸੰਵਿਧਾਨ ਦੇ ਵਿੱਚ। ਅੱਗੇ ਆ ਭਾਰਤੀ ਸੰਵਿਧਾਨ ਦਾ ਭਾਗ 5। ਇਹਦੇ ਵਿੱਚ ਜਿਹੜੇ ਆਰਟੀਕਲ ਸ਼ਾਮਲ ਨੇ ਉਹ ਹੈਗੇ ਨੇ ਆਰਟੀਕਲ 52 ਤੋਂ ਲੈ ਕੇ 151 ਤੱਕ। ਇਹ ਜਿਹੜੇ ਆਰਟੀਕਲ ਨੇਗੇ ਇਹ ਸੰਘ ਦੀ ਸ਼ਾਸਨ ਵਿਵਸਥਾ ਨਾਲ ਸੰਬੰਧਿਤ ਨੇਗੇ। ਪਹਿਲਾਂ ਆਪਾਂ ਰਾਸ਼ਟਰਪਤੀ ਨਾਲ ਸੰਬੰਧਿਤ ਆਰਟੀਕਲ ਦੇਖਦੇ ਹਾਂ ਜਿਹੜੇ ਭਾਗ 5 ਦੇ ਵਿੱਚ ਨੇ। ਪਹਿਲਾ ਹੈਗਾ ਆਰਟੀਕਲ 52, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ। ਅਗਲਾ ਹੈਗਾ ਆਰਟੀਕਲ 53, ਇਸ ਦੇ ਵਿੱਚ ਰਾਸ਼ਟਰਪਤੀ ਦੇ ਕਾਰਜ ਅਤੇ ਸ਼ਕਤੀਆਂ ਦਾ ਵਰਣਨ ਕੀਤਾ ਗਿਆ। ਅੱਗੇ ਆਰਟੀਕਲ 54, ਜਿਸ ਦੇ ਵਿੱਚ ਰਾਸ਼ਟਰਪਤੀ ਦੀ ਜਿਹੜੀ ਚੋਣ ਵਿਧੀ ਹੈਗੀ ਉਹਦਾ ਵਰਣਨ ਕੀਤਾ ਗਿਆ। ਅਗਲਾ ਆਰਟੀਕਲ ਹੈਗਾ ਆਰਟੀਕਲ 61, ਜਿਸ ਦੇ ਵਿੱਚ ਰਾਸ਼ਟਰਪਤੀ ਨੂੰ ਹਟਾਉਣ ਦੀ ਜਿਹੜੀ ਵਿਧੀ ਆ ਉਹਦਾ ਵਰਣਨ ਕੀਤਾ ਗਿਆ। ਇਹ ਧਿਆਨ ਦੇ ਵਿੱਚ ਰੱਖਣਾ, ਕਾਫੀ ਜ਼ਿਆਦਾ ਇੰਪੋਰਟੈਂਟ ਆ। ਇਹ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ। ਅਗਲਾ ਹੈਗਾ ਆਰਟੀਕਲ 72, ਜਿਸ ਦੇ ਵਿੱਚ ਰਾਸ਼ਟਰਪਤੀ ਕਿਸੇ ਵੀ ਅਪਰਾਧੀ ਦੀ ਸਜ਼ਾ ਮਾਫ ਜਾਂ ਘੱਟ ਕਰ ਸਕਦਾ ਗਾ। ਅੱਗੇ ਆ ਆਰਟੀਕਲ 85, ਜਿਸ ਦੇ ਅਨੁਸਾਰ ਜਿਹੜਾ ਰਾਸ਼ਟਰਪਤੀ ਆ ਉਹ ਲੋਕ ਸਭਾ ਨੂੰ ਭੰਗ ਕਰ ਸਕਦਾ ਗਾ। ਅੱਗੇ ਆਰਟੀਕਲ 123, ਜਿਸ ਦੇ ਵਿੱਚ ਰਾਸ਼ਟਰਪਤੀ ਨੂੰ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਦਿੱਤੀ ਗਈ ਆ। ਆਪਾਂ ਨੂੰ ਸਭ ਨੂੰ ਪਤਾ ਕਿ ਜਿਹੜਾ ਕੋਈ ਵੀ ਬਿੱਲ ਆ ਉਹ ਕਾਨੂੰਨ ਉਦੋਂ ਬਣਦਾ ਗਾ ਜਦੋਂ ਸੰਸਦ ਦੇ ਦੋਵੇਂ ਸਦਨ ਨੂੰ ਪਾਸ ਕਰਦੇ ਨੇ ਅਤੇ ਰਾਸ਼ਟਰਪਤੀ ਉਹਨੂੰ ਮਨਜ਼ੂਰੀ ਦਿੰਦਾ। ਕਈ ਵਾਰੀ ਅਜਿਹਾ ਹਾਲਤ ਹੁੰਦੀ ਹੈ ਕਿ ਜਦੋਂ ਜਿਹੜੇ ਸੰਸਦ ਦੇ ਸਮਾਗਮ ਨੇ ਉਹ ਬੰਦ ਹੋਏ ਹੁੰਦੇ ਨੇਗੇ। ਅਜਿਹੇ ਸਮੇਂ ਦੇ ਵਿੱਚ ਜਿਹੜਾ ਰਾਸ਼ਟਰਪਤੀ ਆ ਉਹ ਇਕੱਲੇ ਤੌਰ 'ਤੇ ਵੀ ਕਾਨੂੰਨ ਦਾ ਜਿਹੜਾ ਨਿਰਮਾਣ ਕਰ ਸਕਦਾ, ਉਹਨੂੰ ਆਪਾਂ ਬੋਲਦੇ ਹਾਂ ਅਧਿਆਦੇਸ਼ ਜਾਰੀ ਕਰਨਾ। ਅੱਗੇ ਆਰਟੀਕਲ 143, ਜਿਸ ਦੇ ਅਨੁਸਾਰ ਜਿਹੜਾ ਰਾਸ਼ਟਰਪਤੀ ਨੂੰ ਇਹ ਅਧਿਕਾਰ ਆ ਕਿ ਉਹ ਸਰਵਜਨਕ ਮਾਮਲਿਆਂ ਉੱਤੇ ਸਰਵਉੱਚ ਅਦਾਲਤ ਨੂੰ ਸਲਾਹ ਦੇ ਸਕਦਾ ਗਾ। ਅੱਗੇ ਉਪ ਰਾਸ਼ਟਰਪਤੀ, ਇਹਦੇ ਨਾਲ ਸੰਬੰਧਿਤ ਆਰਟੀਕਲ ਨੇ ਆਰਟੀਕਲ 63, ਜਿਸ ਦੇ ਅਨੁਸਾਰ ਜਿਹੜਾ ਭਾਰਤ ਦਾ ਇੱਕ ਉਪ ਰਾਸ਼ਟਰਪਤੀ ਹੋਊਗਾ, ਇਹ ਕਿਹਾ ਗਿਆ। ਅੱਗੇ ਆਰਟੀਕਲ 64, ਜਿਸ ਦੇ ਵਿੱਚ ਇਹ ਕਿਹਾ ਕਿ ਜਿਹੜਾ ਉਪ ਰਾਸ਼ਟਰਪਤੀ ਆ ਉਹ ਰਾਜ ਸਭਾ ਦਾ ਸਭਾਪਤੀ ਹੋਊਗਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਉਪ ਰਾਸ਼ਟਰਪਤੀ ਆ ਰਾਜ ਸਭਾ ਦਾ ਸਭਾਪਤੀ ਹੁੰਦਾ ਗਾ। ਅਗਲਾ ਆਰਟੀਕਲ ਹੈਗਾ 65, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਰਾਸ਼ਟਰਪਤੀ ਦੀ ਨਾਮਜ਼ਦਗੀ ਦੇ ਸਮੇਂ ਜਿਹੜਾ ਉਪ ਰਾਸ਼ਟਰਪਤੀ ਆ ਉਹ ਰਾਸ਼ਟਰਪਤੀ ਦਾ ਕਾਰਜ ਸੰਭਾਲੂਗਾ ਜਾਂ ਕੰਮ ਕਰੂਗਾ। ਅਗਲਾ ਹੈਗਾ ਆਰਟੀਕਲ 66, ਜਿਸ ਦੇ ਵਿੱਚ ਉਪ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਆ। ਅੱਗੇ ਆਪਾਂ ਗੱਲ ਕਰਦੇ ਹਾਂ ਮੰਤਰੀ ਪਰਿਸ਼ਦ ਅਤੇ ਪ੍ਰਧਾਨ ਮੰਤਰੀ ਦੀ। ਆਰਟੀਕਲ 74 ਦੇ ਵਿੱਚ ਮੰਤਰੀ ਪਰਿਸ਼ਦ ਦੀ ਜਿਹੜੀ ਵਿਵਸਥਾ ਹੈਗੀ ਉਹ ਕੀਤੀ ਗਈ ਆ।
ਤੇ ਜਿਹੜਾ ਆਰਟੀਕਲ 75 ਆ ਉਹ ਪ੍ਰਧਾਨ ਮੰਤਰੀ ਨਾਲ ਸੰਬੰਧਿਤ ਆ। ਇਹ ਤੁਸੀਂ ਆਰਟੀਕਲ ਨੇ ਦੋ ਇਕੱਠੇ ਤੌਰ 'ਤੇ ਯਾਦ ਕਰ ਸਕਦੇ ਹੋ। ਅੱਗੇ ਆ ਸੰਸਦ, ਜਿਹਨੂੰ ਆਪਾਂ ਪਾਰਲੀਮੈਂਟ ਬੋਲਦੇ ਹਾਂਗੇ। ਸੰਸਦ ਦੇ ਵਿੱਚੋਂ ਪਹਿਲਾ ਆਪਣੇ ਕੋਲ ਆਰਟੀਕਲ ਹੈਗਾ ਆਰਟੀਕਲ 79, ਜਿਸ ਦੇ ਵਿੱਚ ਸੰਸਦ ਦੇ ਗਠਨ ਨਾਲ ਸੰਬੰਧਿਤ ਆ। ਅਗਲਾ ਹੈਗਾ ਆਰਟੀਕਲ 80, ਜਿਹੜਾ ਰਾਜ ਸਭਾ ਦੀ ਰਚਨਾ ਨਾਲ ਸੰਬੰਧਿਤ ਆ। ਅਗਲਾ ਹੈਗਾ ਆਰਟੀਕਲ 81, ਜਿਹੜਾ ਕਿ ਲੋਕ ਸਭਾ ਦੀ ਰਚਨਾ ਨਾਲ ਸੰਬੰਧਿਤ ਆ। ਇਸ ਦੇ ਵਿੱਚੋਂ ਤੁਸੀਂ ਆਰਟੀਕਲ 79 ਨੂੰ ਯਾਦ ਰੱਖਣਾ ਗਾ, ਜਿਹਦੇ ਵਿੱਚ ਸੰਸਦ ਦੇ ਗਠਨ ਦੀ ਗੱਲ ਕਹੀ ਗਈ ਆ। ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਜਿਹੜੇ ਸੰਸਦ ਦੇ ਦੋ ਸਦਨ ਨੇਗੇ, ਰਾਜ ਸਭਾ ਉੱਪਰਲਾ ਸਦਨ ਅਤੇ ਲੋਕ ਸਭਾ ਹੇਠਲਾ ਸਦਨ, ਉਸ ਦੇ ਆਰਟੀਕਲ ਤੁਹਾਨੂੰ ਆਰਾਮਦਾਰੀ ਨਾਲ ਯਾਦ ਹੋ ਜਾਣਗੇ। ਅੱਗੇ ਆਰਟੀਕਲ 93, ਜਿਹੜਾ ਕਿ ਲੋਕ ਸਭਾ ਦੇ ਸਭਾਪਤੀ ਤੇ ਉੱਪਰ ਸਭਾਪਤੀ ਨਾਲ ਸੰਬੰਧਿਤ ਹੈਗਾ। ਅੱਗੇ ਆਰਟੀਕਲ 100, ਇਹਦੇ ਵਿੱਚ ਤੁਸੀਂ 100 ਦਾ ਅੱਧ 50-50, ਠੀਕ ਆ। ਜਦੋਂ ਲੋਕ ਸਭਾ ਦੇ ਵਿੱਚ ਕਿਸੇ ਮਾਮਲੇ ਵਿੱਚ ਵੋਟਾਂ ਦੀ ਜਿਹੜੀ 50-50 ਹੋ ਜਾਣ ਤਾਂ ਜਿਹੜਾ ਲੋਕ ਸਭਾ ਦਾ ਸਭਾਪਤੀ ਉਹ ਨਿਰਣਾਇਕ ਮਤ ਦੇਣ ਦੀ ਸ਼ਕਤੀ ਹਾਸਲ ਆ ਗਈ। ਇਹ ਤੁਸੀਂ ਯਾਦ ਰੱਖ ਸਕਦੇ ਹੋ ਆਰਟੀਕਲ 100 50-50। ਅੱਗੇ ਆਰਟੀਕਲ 105, ਜਿਸ ਦੇ ਵਿੱਚ ਸੰਸਦ ਨੂੰ ਵਿਸ਼ੇਸ਼ ਅਧਿਕਾਰ ਨੇ ਜਿਹੜੇ ਉਹ ਪ੍ਰਾਪਤ ਨੇਗੇ ਜਾਂ ਵਿਸ਼ੇਸ਼ ਅਧਿਕਾਰਾਂ ਨਾਲ ਸੰਬੰਧਿਤ ਆ। ਅੱਗੇ ਆਰਟੀਕਲ 106, ਜਿਹੜਾ ਸੰਸਦ ਦੇ ਮੈਂਬਰਾਂ ਦੇ ਵੇਤਨ ਤੇ ਭੱਤਿਆਂ ਨਾਲ ਸੰਬੰਧਿਤ ਆ। ਅੱਗੇ ਆਰਟੀਕਲ 108, ਜਿਹਦੇ ਵਿੱਚ ਸੰਸਦ ਦੇ ਸੰਯੁਕਤ ਅਧਿਵੇਸ਼ਨ ਦੀ ਗੱਲ ਕਹੀ ਗਈ ਆ। ਮਤਲਬ ਕਿ ਜੇਕਰ ਕਿਸੇ ਮਾਮਲੇ 'ਤੇ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਮਤਭੇਦ ਹੋ ਜਾਂਦਾ ਤਾਂ ਉਹਨਾਂ ਦੀ ਜਿਹੜੀ ਸੰਯੁਕਤ ਬੈਠਕ ਆ ਉਹ ਰਾਸ਼ਟਰਪਤੀ ਬੁਲਾ ਸਕਦਾ। ਅੱਗੇ ਆਰਟੀਕਲ 110, ਜਿਹਦੇ ਵਿੱਚ ਧਨ ਬਿੱਲ ਦੀ ਪਰਿਭਾਸ਼ਾ ਦਿੱਤੀ ਗਈ ਆ। ਇਸ ਨੂੰ ਤੁਸੀਂ ਯਾਦ ਰੱਖਣਾ ਗਾ, 110 ਨੂੰ ਲਿਖ ਲੈਣਾ ਗਾ ਅਤੇ ਇਸ ਤੋਂ ਬਾਅਦ 110 ਦਾ M ਬਣਾ ਦੇਣੀ ਆ। MO ਯਾਨੀ ਕਿ ਮਨੀ ਨਾਲ ਸੰਬੰਧਿਤ ਬਿੱਲ ਹੈਗਾ, ਇਹਨੂੰ ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ। ਅਗਲਾ ਆਰਟੀਕਲ ਹੈਗਾ 112, ਇਹ ਸਾਲਾਨਾ ਬਜਟ ਨਾਲ ਸੰਬੰਧਿਤ ਜਿਹੜਾ ਆਰਟੀਕਲ ਹੈਗਾ। ਇਹੀ ਆਰਟੀਕਲ ਨੇ ਜਿਹੜੇ ਸੰਸਦ ਨਾਲ ਸੰਬੰਧਿਤ ਨੇ, ਜਿਹੜੇ ਮਹੱਤਵਪੂਰਨ ਨੇ, ਜ਼ਿਆਦਾਤਰ ਜਿਹੜੇ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ। ਅੱਗੇ ਆ ਸਰਵਉੱਚ ਅਦਾਲਤ ਨਾਲ ਸੰਬੰਧਿਤ ਆਰਟੀਕਲ, ਆਰਟੀਕਲ 124, ਜਿਸ ਦੇ ਵਿੱਚ ਸਰਵਉੱਚ ਅਦਾਲਤ ਦੀ ਵਿਵਸਥਾ ਦੀ ਗੱਲ ਕਹੀ ਗਈ ਆ, ਜੇ ਆਪਾਂ ਕਹਿੰਦੇ ਗਠਨ ਦੀ ਗੱਲ ਕਹੀ ਗਈ ਆ। ਅਗਲਾ ਆਰਟੀਕਲ ਹੈਗਾ 125, ਜਿਹੜਾ ਕਿ ਸਰਵਉੱਚ ਅਦਾਲਤ ਦੇ ਜੱਜਾਂ ਦੇ ਵੇਤਨ ਨਾਲ ਸੰਬੰਧਿਤ ਆ। ਅਗਲਾ ਆਰਟੀਕਲ ਹੈਗਾ 129, ਜਿਹਦੇ ਵਿੱਚ ਸਰਵਉੱਚ ਅਦਾਲਤ ਨੂੰ ਅਭਿਲੇਖ ਅਦਾਲਤ ਦਾ ਦਰਜਾ ਦਿੱਤਾ ਗਿਆ। ਅਭਿਲੇਖ ਅਦਾਲਤ ਦਾ ਮਤਲਬ ਇਹ ਹੈਗਾ ਵੀ ਜਦੋਂ ਵੀ ਕੋਈ ਫੈਸਲੇ ਨੇ ਜਿਹੜੇ ਸਰਵਉੱਚ ਅਦਾਲਤ ਦੁਆਰਾ ਕੀਤੇ ਜਾਂਦੇ ਨੇ ਉਹ ਹੇਠਲੀਆਂ ਅਦਾਲਤਾਂ ਲਈ ਇੱਕ ਮਾਰਗਦਰਸ਼ਨ ਦੇ ਤੌਰ 'ਤੇ ਕੰਮ ਕਰਦੇ ਨੇ ਅਤੇ ਰਿਕਾਰਡ ਕਰਕੇ ਰੱਖੇ ਜਾਂਦੇ ਨੇ। ਅਗਲਾ ਆਰਟੀਕਲ ਹੈਗਾ 131, ਇਹ ਸਰਵਉੱਚ ਅਦਾਲਤ ਦੇ ਮੂਲ ਆਰੰਭਿਕ ਅਧਿਕਾਰ ਖੇਤਰ ਨਾਲ ਸੰਬੰਧਿਤ ਹੈਗਾ। ਇਸ ਦੇ ਵਿੱਚ ਅਜਿਹੇ ਕੇਸ ਸ਼ਾਮਲ ਹੁੰਦੇ ਨੇਗੇ ਜਿਹੜੇ ਸਰਵਉੱਚ ਅਦਾਲਤ ਤੱਕ ਸਿੱਧੇ ਲਿਜਾਏ ਜਾ ਸਕਦੇ ਨੇ। ਜਿਵੇਂ ਆਪਣਾ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਣ 'ਤੇ ਆਪਾਂ ਸਰਵਉੱਚ ਅਦਾਲਤ ਦੇ ਵਿੱਚ ਸਿੱਧੇ ਜਾ ਸਕਦੇ ਹਾਂ। 132 ਦੇ ਵਿੱਚ ਸੰਵਿਧਾਨਕ ਮਾਮਲਿਆਂ ਵਿਰੁੱਧ ਅਪੀਲ ਕੀਤੀ ਜਾ ਸਕਦੀ ਆ ਅਤੇ 133 ਦੇ ਵਿੱਚ ਦੀਵਾਨੀ ਮੁਕੱਦਮਿਆਂ ਵਿੱਚ ਅਪੀਲ ਕੀਤੀ ਜਾ ਸਕਦੀ ਆ। ਅੱਗੇ ਆਰਟੀਕਲ 137, ਜੇਕਰ ਕੋਈ ਸੰਸਦ ਅਜਿਹਾ ਕਾਨੂੰਨ ਪਾਸ ਕਰ ਦਿੰਦੀ ਹੈ ਜਿਹੜਾ ਕਿ ਸੰਵਿਧਾਨ ਦੇ ਉਲਟ ਆ ਗਿਆ ਤਾਂ ਸਰਵਉੱਚ ਅਦਾਲਤ ਅਜਿਹੇ ਕਾਨੂੰਨ ਨੂੰ ਜਾਂ ਬਿੱਲ ਨੂੰ ਖਾਰਜ ਕਰ ਸਕਦੀ ਆ। ਅਗਲਾ ਆਰਟੀਕਲ ਹੈਗਾ 143, ਜਿਹਦੇ ਵਿੱਚ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਸਰਵਉੱਚ ਅਦਾਲਤ ਨੂੰ ਸਲਾਹ ਦੇਣ ਦੀ ਜਿਹੜੀ ਸ਼ਕਤੀ ਹੈਗੀ ਉਹ ਰਾਸ਼ਟਰਪਤੀ ਨੂੰ ਕੋਲ ਹੈਗੀ। ਇਹ ਸਲਾਹ ਜਿਹੜੀ ਮੰਨਣੀ ਆ ਜਾਂ ਨਹੀਂ ਮੰਨਣੀ ਹੈ ਸਰਵਉੱਚ ਅਦਾਲਤ ਦੀ ਮਰਜ਼ੀ 'ਤੇ ਡਿਪੈਂਡ ਹੈਗਾ। ਇਹਦੇ ਵਿੱਚ ਆਪਾਂ ਭਾਗ 5 ਦੇ ਇੰਨੇ ਹੀ ਆਰਟੀਕਲ ਨੇ ਜਿਹੜੇ ਉਹ ਯਾਦ ਰੱਖਣੇ ਨੇ। ਅੱਜ ਆਪਾਂ ਨੇ ਸੰਵਿਧਾਨ ਦੇ ਜਿਹੜੇ 5 ਭਾਗ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ ਆਪਾਂ ਮਹੱਤਵਪੂਰਨ ਆਰਟੀਕਲਾਂ ਦੇ ਬਾਰੇ ਪੜ੍ਹਿਆ ਗਾ। ਇਸ ਤੋਂ ਜਿਹੜੀ ਨੈਕਸਟ ਵੀਡੀਓ ਆਊਗੀ ਉਹਦੇ ਵਿੱਚ ਆਪਾਂ ਬਾਕੀ ਆਰਟੀਕਲ ਨੇ ਜਿਹੜੇ ਉਹ ਕਵਰ ਕਰਾ ਦਿੱਤੇ ਜਾਣਗੇ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਹੋਰ ਵੀਡੀਓ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ ਜੀ।